जी का खालसा वाहिगुरू जी की फतेह। प्रोग्राम ਜਿਹੜਾ ਅਸੀਂ ਪਹਿਲਾਂ ਇਹਦਾ ਹਾਫ ਕਰ ਚੁੱਕੇ ਹਾਂ। ਇਹ ਸੈਕੰਡ ਹਾਫ ਹੈ ਉਸ ਪ੍ਰੋਗਰਾਮ ਦਾ, ਜਿਹਦਾ ਹੈਡਿੰਗ ਸੀਗਾ ਟਰਮੋਇਲ ਇਨ ਪੰਜਾਬ, ਜਿਹੜੀ ਕਿ ਕਿਤਾਬ ਹੁਣੇ ਰਿਲੀਜ਼ ਹੋਈ ਹੈ ਸਰਦਾਰ ਰਮੇਸ਼ ਇੰਦਰ ਸਿੰਘ ਜੀ ਉਹਨਾਂ ਦੀ ਲਿਖੀ ਹੋਈ ਕਿਤਾਬ। ਉਹਦੇ ਉੱਤੇ ਰਿਵਿਊ ਵਾਸਤੇ ਇਹ ਪ੍ਰੋਗਰਾਮ ਕਰ ਰਹੇ ਸੀ, ਕਿਉਂਕਿ ਸਰਦਾਰ ਜੀ 84 ਤੋਂ 87 ਤੱਕ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉੱਥੇ ਡਿਸਟ੍ਰਿਕਟ ਮੈਜਿਸਟਰੇਟ ਰਹੇ ਨੇ। ਉਸ ਤੋਂ ਉਪਰੰਤ ਇਹ ਚੀਫ ਸੈਕਟਰੀ ਪੰਜਾਬ ਦੇ ਕਾਫੀ ਚਿਰ ਰਹੇ ਨੇ। ਭਾਵ ਕਿ ਇਹ 84 ਤੋਂ ਲਾ ਕੇ 96 ਤੱਕ ਉਹ ਜਿਹੜਾ ਪੀਰੀਅਡ ਹੈ ਉਹਦੇ ਵਿੱਚ ਇਹ ਪੰਜਾਬ ਨਾਲ ਇਹ ਸਾਰੇ ਅਸਲੇ ਦਾ ਸਾਰਾ ਜੋ ਇਹ ਪ੍ਰੋਗਰਾਮ ਹੋਇਆ ਬਲੂ ਸਟਾਰ ਦਾ, ਬਲੈਕ ਥੰਡਰ ਦਾ, ਅਤੇ ਉਹਨਾਂ ਸਾਰੇ ਦੇ ਜੁੜੇ ਰਹੇ। ਅਤੇ ਇਹਨਾਂ ਦੀ ਕਿਉਂਕਿ ਇਹ ਗਵਰਨਮੈਂਟ ਇੰਪਲੋਈ ਸੀ ਅਤੇ ਇਹ ਆਪਣਾ ਇਹ ਉਸ ਵੇਲੇ ਸਭ ਕੁਛ ਗਵਰਨਮੈਂਟ ਦੇ ਆਪਣੇ ਰੂਲ ਹੁੰਦੇ ਨੇ, ਨਹੀਂ ਦੱਸ ਸਕਦੇ ਸੀ। ਅਤੇ ਹੁਣ ਰਿਟਾਇਰ ਹੋ ਗਏ ਨੇ ਅਤੇ ਇਹਨਾਂ ਨੇ ਕਿਤਾਬ ਲਿਖੀ ਹੈ ਆਫਟਰ 38 ਈਅਰਸ, ਭਈ ਅਸਲੀ ਸੱਚਾਈ ਕੀ ਸੀ, ਕਿੱਦਾਂ ਹੋਇਆ, ਕੀ ਹੋਇਆ, ਕਿੱਦਾਂ ਵਾਪਰਿਆ। ਇਹ ਸਾਰਾ ਕਿਤਾਬ ਕਾਫੀ ਮਸ਼ਹੂਰ ਹੋ ਚੁੱਕੀ ਹੈ। ਇਹਦੇ ਰਿਵਿਊ ਕੈਨੇਡਾ ਵਿੱਚ, ਅਮਰੀਕਾ ਵਿੱਚ, ਇੰਡੀਆ ਵਿੱਚ ਸਾਰੇ ਹੋ ਚੁੱਕੇ ਨੇ ਅਤੇ ਆਪਾਂ ਉਸੇ ਕਿਤਾਬ ਬਾਰੇ ਗੱਲ ਕਰ ਰਹੇ ਹਾਂ। ਸਰਦਾਰ ਜੀ ਪਹਿਲਾਂ ਤੁਹਾਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਜੀ, ਕੱਲ੍ਹ ਆਪਾਂ ਗੱਲ ਜਿੱਥੇ ਛੱਡੀ ਸੀ ਉਹ ਸੀ ਵੀ ਆਪਾਂ ਮਈ ਦੇ ਐਂਡ ਦੇ ਵਿੱਚ ਜਿਹੜੀਆਂ ਅਕਾਲੀ ਲੀਡਰਸ਼ਿਪ ਅਤੇ ਇੰਦਰਾ ਗਾਂਧੀ ਉਹਦੇ ਸਟਾਫ ਨਾਲ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਜੋ ਸ਼ੋਰਟ ਮੀਟਿੰਗ ਵਿੱਚ ਕੁਛ ਅਗਰੀਮੈਂਟ ਹੋਏ ਸੀ ਉਹ ਬਾਅਦ ਵਿੱਚ ਉਹਨਾਂ ਤੋਂ ਗੌਰਮੈਂਟ ਮੁੱਕਰ ਗਈ ਅਤੇ ਅਕਾਲੀ ਲੀਡਰਸ਼ਿਪ ਵਾਪਸ ਆ ਗਈ। ਅਤੇ ਉਸ ਤੋਂ ਬਾਅਦ ਜੋ ਅਟੈਕ ਹੁੰਦਾ ਉਹਦੇ ਬਾਰੇ ਗੱਲ ਕਰਨੀ ਹੈ ਕਿ ਇਹ ਜਿਹੜਾ ਅਟੈਕ ਜਿਹੜੀ ਉਹ ਛੋਟੀ ਆਪਣੀ ਕਮੇਟੀ ਬਣਾਈ ਸੀ ਉਹਦਾ ਫੈਸਲਾ ਸੀਗਾ। ਉਹਦੇ ਵਿੱਚ ਅਕਾਲੀ ਲੀਡਰਸ਼ਿਪ ਜਿਹੜੇ ਅਕਾਲੀ ਲੀਡਰ ਸੀ ਪ੍ਰਕਾਸ਼ ਸਿੰਘ ਬਾਦਲ ਅਤੇ ਟੌਹੜਾ ਸਾਹਿਬ, ਬਰਨਾਲਾ ਸਾਰੇ ਹੋਣਗੇ। ਅਤੇ ਜੋ ਉਹਦੇ ਵਿੱਚ ਫੈਸਲਾ ਹੋਇਆ ਉਹ ਬਾਅਦ ਵਿੱਚ ਗਵਰਨਮੈਂਟ ਮੁੱਕਰ ਗਈ ਅਤੇ ਮੁੱਕਰ ਕੇ ਉਦੋਂ ਇੱਕਦਮ ਉਹ ਮਿਲਟਰੀ ਦਾ ਜੋ ਅਗਲਾ ਸਟੈਪ ਹੁੰਦਾ ਹੈ ਬਲੂ ਸਟਾਰ ਦਾ, ਉਹਦੇ ਵੱਲ ਨੂੰ ਤੁਰ ਪੈਂਦੇ ਨੇ। ਕੀ ਇਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੰਸਲਟੇਸ਼ਨ ਕੋਈ ਹੋਈ ਸੀ, ਜੋ ਕਿ ਮਿਲਟਰੀ ਦੇ ਉਹਨਾਂ ਦੇ ਆਪਣੇ ਰੂਲ ਹੁੰਦੇ ਨੇ ਕਿ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਕੋਈ ਵੀਡੀਓ ਟੇਪਿੰਗ ਹੋਵੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ, ਕਿਉਂਕਿ ਇਹ ਆਪਣੇ ਪਬਲਿਕ ਦੇ ਉੱਤੇ, ਆਪਣੀ ਹੀ ਜਨਤਾ ਉੱਤੇ, ਉਹਦੇ ਉੱਤੇ ਮਿਲਟਰੀ ਦਾ ਅਟੈਕ, ਜਿਹੜਾ ਮਿਲਟਰੀ ਦੂਸਰੇ ਮੁਲਕਾਂ ਦੇ ਵਾਸਤੇ ਰੱਖੀ, ਉਹਦੇ ਉੱਤੇ ਅਟੈਕ ਹੁੰਦਾ ਹੈ। ਕੀ ਇਹੋ ਜਿਹਾ ਕੋਈ ਕੰਮਕਾਜ ਕੀਤਾ ਗਿਆ ਸੀ ਜਾਂ ਜਸਟ ਬਲਾਈਂਡਲੀ ਚਲੋ ਜੀ ਮਿਲਟਰੀ ਭੇਜ ਦਿੱਤੀ ਅਤੇ ਅੰਮ੍ਰਿਤਸਰ 'ਤੇ ਅਟੈਕ ਕਰ ਦਿੱਤਾ? ਜੀ ਸਾਹਿਬ, ਪਹਿਲਾਂ ਤਾਂ ਮੈਂ ਕਲੈਰੀਫਾਈ ਕਰਦਾ, ਤੁਹਾਡੀ ਜੋ ਤੁਸੀਂ ਬੈਕਗਰਾਊਂਡ ਦੱਸੀ ਨਾ, ਉਹ 'ਚ ਕਨਫਿਊਜ਼ਨ ਜਿਹਾ ਕ੍ਰੀਏਟ ਹੋ ਗਿਆ ਹੈਗਾ ਕਿ ਜੁਆਇੰਟ ਕਮੇਟੀ ਬਣੀ ਸੀ ਤੇ ਉਹ ਫੈਸਲਾ ਲਿਆ। ਮੈਂ ਦੱਸਣਾ ਚਾਹਾਂਗਾ ਕਿ ਬਲੂ ਸਟਾਰ ਆਪਰੇਸ਼ਨ ਕਰਨ ਦਾ ਫੈਸਲਾ ਉਹਦੇ 'ਚ ਅਕਾਲੀਆਂ ਦਾ ਕੋਈ ਰੋਲ ਨਹੀਂ ਸੀਗਾ। ਇਹ ਤੇ ਯੂਨੀਅਨ ਕੈਬਨਿਟ ਦੀ ਸਬ ਕਮੇਟੀ ਦਾ ਇੱਕ ਡਿਸੀਜਨ ਸੀ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਇਹ 26 ਮਈ ਨੂੰ ਉਹ ਅਕਾਲੀਆਂ ਦੇ ਨਾਲ ਤੇ ਕੇਂਦਰੀ ਮੰਤਰੀਆਂ ਦੇ ਨਾਲ ਆਪਸ ਦੇ ਵਿੱਚ ਹੋਈ, ਕੋਈ ਸਮਝੌਤਾ ਹੋ ਸਕੇ ਇਸ ਗੱਲ ਦੇ ਉੱਤੇ। ਤੇ ਉਹ ਮੀਟਿੰਗ, ਜਿੱਦਾਂ ਮੈਂ ਤੁਹਾਨੂੰ ਕਈ ਵਾਰ ਵੀ ਦੱਸਿਆ ਸੀਗਾ ਫਸਟ ਆਪਣੇ ਸੈਸ਼ਨ ਦੇ ਵਿੱਚ, ਵੀ ਉਹਦੇ 'ਚ ਗਵਰਨਮੈਂਟ ਆਫ ਇੰਡੀਆ ਤੋਂ ਹੀ ਬੈਕ ਟਰੈਕ ਕੀਤਾ ਗਿਆ ਤੇ ਅਕਾਲੀ ਲੀਡਰ ਜਿਹੜੇ ਸੀਗੇ ਉਹ ਖਾਲੀ ਹੱਥ ਮੁੜ ਕੇ ਵਾਪਸ ਆਏ। ਜਿੱਥੇ ਤੱਕ ਆਰਮੀ ਐਕਸ਼ਨ ਦਾ ਸਵਾਲ ਹੈ, ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਪਹਿਲੀ ਮੀਟਿੰਗ ਦੇ ਵਿੱਚ ਵੀ ਕਿ 29 ਮਈ ਨੂੰ ਫੌਜ ਦੀ ਪਹਿਲੀ ਟੁਕੜੀ ਮੇਰਠ ਤੋਂ ਅੰਮ੍ਰਿਤਸਰ ਸਾਹਿਬ ਪਹੁੰਚ ਗਈ ਸੀ ਔਰ ਉਹਨਾਂ ਨੇ 3 ਜੂਨ ਨੂੰ ਅੰਮ੍ਰਿਤਸਰ ਸਾਹਿਬ ਦੇ ਇਰਦ ਗਿਰਦ ਘੇਰਾਬੰਦੀ ਕਰਨੀ ਆਰੰਭ ਕਰ ਦਿੱਤੀ ਸੀ। 3 ਜੂਨ ਨੂੰ ਸੁਬਾਹ 11 ਵਜੇ ਉਹ ਸ਼ਹੀਦੀ ਦਿਹਾੜਾ ਸੀਗਾ ਗੁਰੂ ਮਹਾਰਾਜ ਦਾ। ਤੋਂ ਉਸ ਦਿਨ ਸੁਬਾਹ 11 ਵਜੇ ਹੋਮ ਸੈਕਟਰੀ ਵੱਲੋਂ ਆਦੇਸ਼ ਦਿੱਤੇ ਗਏ, ਉਦੋਂ ਦੇ ਜੋ ਡਿਸਟ੍ਰਿਕਟ ਮੈਜਿਸਟ੍ਰੇਟ ਸਨ ਅੰਮ੍ਰਿਤਸਰ ਦੇ ਵਿੱਚ,
ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਕਿ ਤੁਸੀਂ ਸਾਰੇ ਵਾਰਡ ਸਿਟੀ ਦੇ ਵਿੱਚ ਕਰਫਿਊ ਲਗਾ ਦਿਓ, ਤੇ ਉਹਨਾਂ ਵੱਲੋਂ ਹੁਕਮ ਹੋਏ ਔਰ ਵਾਰਡ ਸਿਟੀ ਦੇ ਵਿੱਚ ਕਰਫਿਊ ਲੱਗ ਗਿਆ ਤਾਂ ਕਿ ਜੋ ਸੰਗਤ ਸੀਗੀ ਅੰਦਰ ਦਰਸ਼ਨਾਂ ਦੇ ਲਈ ਆਈ ਹੋਈ ਪਿਲਗ੍ਰਿਮ ਸੀਗੇ, ਉਹ ਅੰਦਰ ਹੀ ਸੀਮਿਤ ਰਹਿ ਗਏ, ਬਾਹਰ ਨਹੀਂ ਨਿਕਲ ਆ ਸਕੇ। ਤੇ 3 ਰਾਤ ਤੋਂ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ। ਇਹ ਗਵਰਨਮੈਂਟ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਹਰ ਜ਼ਿਲ੍ਹੇ ਦੇ ਡਿਸਟ੍ਰਿਕਟ ਲਗਾਇਆ। ਰਾਜੀ ਜਿਹੜਾ ਤੁਸੀਂ ਕਹਿੰਦੇ ਕਿਉਂਕਿ ਉਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸੁਭਾਵਿਕ ਹੀ ਬਹੁਤ ਸੰਗਤ ਇਕੱਠੀ ਹੋਈ ਸੀ, ਕੀ ਇਹ ਅਟੈਂਸ਼ਨਲ ਸੀਗੀ ਗਵਰਨਮੈਂਟ ਦੀ ਪਾਲਿਸੀ ਕਿ ਜਦੋਂ ਸੰਗਤ ਸਾਰੀ ਇਕੱਠੀ ਹੋਵੇ ਉਦੋਂ ਅਟੈਕ ਕੀਤਾ ਜਾਵੇ? ਨਹੀਂ, ਮੈਂ ਇਹ ਤਾਂ ਨਹੀਂ ਕਹਾਂਗਾ ਕਿ ਗਵਰਨਮੈਂਟ ਦੀ ਇੰਟੈਂਸ਼ਨਲ ਸੀਗੀ, ਲੇਕਿਨ ਜੋ ਸੀਕੁਐਂਸ ਆਫ ਇਵੈਂਟਸ ਵਾਪਰਿਆ ਉਹਦੇ ਵਿੱਚ ਇਹ ਜ਼ਰੂਰ ਹੈ ਕਿ 3 ਤਰੀਕ ਤੋਂ ਸਵੇਰ 11 ਵਜੇ ਉਸ ਸਮੇਂ ਦੇ ਜੋ ਜ਼ਿਲ੍ਹਾ ਅਧਿਕਸ਼ ਸਨ ਉਹਨਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਤੇ ਕਰਫਿਊ ਲੱਗਿਆ ਗਿਆ, ਤਾਂ ਉਹਦੇ ਨਾਲ ਜੋ ਮੂਵਮੈਂਟ ਸੀਗੀ ਲੋਕਾਂ ਦੀ ਉਹ ਨਹੀਂ ਹੋ ਸਕੀ, ਔਰ ਜੋ ਸ਼ਰਧਾਲੂ ਅੰਦਰ ਗਏ ਹੋਏ ਸੀਗੇ ਦਰਬਾਰ ਸਾਹਿਬ ਦੇ ਉਹ ਅੰਦਰ ਹੀ ਰਹਿ ਗਏ। ਤੇ 3 ਤਰੀਕ ਤੋਂ ਸ਼ਾਮ ਨੂੰ ਹੀ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਪੰਜਾਬ 'ਚ ਕਰਫਿਊ ਲੱਗ ਗਿਆ। 3 ਤਰੀਕ ਤੋਂ ਹੀ ਫੌਜ ਨੇ ਜਿਹੜੀ ਸੀਗੀ ਉਹਦੀ ਘੇਰਾਬੰਦੀ ਕਰ ਲਈ ਦਰਬਾਰ ਸਾਹਿਬ ਦੀ ਸ਼ਾਮ ਤੋਂ, ਤੇ ਫਿਰ 5 ਤਰੀਕ ਸ਼ਾਮ ਦੇ ਜੋ ਹੈ ਰਾਤ ਨੂੰ ਫੌਜ ਅੰਦਰ ਦਾਖਲ ਹੋਈ। ਉਸ ਤੋਂ ਪਹਿਲਾਂ ਇੱਕ ਫੌਜ ਵੱਲੋਂ ਇੱਕ ਤਰ੍ਹਾਂ ਦੀ ਤਾਲਮੇਲ ਕਰਕੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਇੱਕ ਕੋਸ਼ਿਸ਼ ਹੋਈ ਸੀਗੀ ਕਿ ਅਨਾਉਂਸਮੈਂਟ ਕੀਤੀ ਜਾਵੇ, ਪਬਲਿਕ ਰਿਲੇਸ਼ਨ ਵੈਨ ਵੱਲੋਂ ਕੀਤੀ ਗਈ ਸੀਗੀ ਕਿ ਅੰਦਰ ਜੋ ਸ਼ਰਧਾਲੂ ਨੇਗੇ ਜਾਂ ਹੋਰ ਸਿੱਖ ਸਹਿਬਾਨ ਨੇਗੇ ਉਹ ਜੇ ਬਾਹਰ ਆਉਣਾ ਚਾਹਣ ਤੇ ਆ ਜਾਣ, ਤੇ ਸੀਜ਼ ਫਾਇਰ ਇੱਕ ਅਨਾਉਂਸ ਹੋਈ ਸੀਗੀ, ਤੇ ਉਹਦੇ ਚ ਕੋਈ 129-30 ਬੰਦੇ ਬਾਹਰ ਆਏ ਵੀ, ਲੇਕਿਨ ਉਹ ਅਨਾਉਂਸਮੈਂਟ ਇਫੈਕਟਿਵ ਨਹੀਂ ਸੀਗੀ ਕਿਉਂਕਿ ਪਬਲਿਕ ਰਿਲੇਸ਼ਨ ਵਾਲੇ ਜਿਹੜੇ ਸਨ ਉਹਨਾਂ ਦੀ ਵੈਨ ਉਹ ਜ਼ਿਆਦਾ ਨਜ਼ਦੀਕ ਨਹੀਂ ਗਈ ਦਰਬਾਰ ਸਾਹਿਬ ਦੇ, ਲਾਊਡ ਸਪੀਕਰ ਲੱਗੇ ਹੋਏ ਸੀ ਉਹਨਾਂ ਦੇ, ਡਰਦੇ ਹੋ ਵੀ ਕਿ ਕਿਤੇ ਗੋਲੀ ਨਾ ਲੱਗੇ। ਤੇ ਦੂਜਾ ਇਹ ਸੀਗਾ ਕਿ ਦਰਬਾਰ ਸਾਹਿਬ ਤੋਂ ਜਦੋਂ ਸੀਜ਼ ਫਾਇਰ ਦੀ ਅਨਾਉਂਸਮੈਂਟ ਹੋਈ ਤੇ ਕੀਰਤਨ ਸ਼ੁਰੂ ਹੋ ਗਿਆ ਸੀਗਾ, ਉਹਨੇ ਵੀ ਆਵਾਜ਼ ਨੂੰ ਜਿਹੜਾ ਹੈਗਾ ਉਹ ਬੱਧਮ ਕਰ ਦਿੱਤਾ ਬਾਹਰੋਂ ਲਾਊਡ ਸਪੀਕਰ ਦੀ ਨੂੰ, ਤੇ ਜਿਸ ਕਰਕੇ ਇਫੈਕਟਿਵ ਕੋਈ ਅਨਾਉਂਸਮੈਂਟ ਜਿਹੜੀ ਸੀਗੀ ਉਹ ਨਹੀਂ ਹੋ ਸਕੀ, ਤੇ ਜਿਹੜੀ ਨਾ ਹੀ ਕੋਈ ਅਨਾਉਂਸਮੈਂਟ ਜਿਹੜੀ ਤੁਸੀਂ ਗੱਲ ਕਰਦੇ ਆ ਕਿਉਂਕਿ ਪਬਲਿਕ ਦਰਬਾਰ ਸਾਹਿਬ ਕੰਪਲੈਕਸ ਵਿੱਚ ਇਕੱਠੀ ਹੋਈ ਸੀ ਸਾਰੇ, ਤੇ ਅਨਾਉਂਸਮੈਂਟ ਇਹ ਬਾਹਰ ਕਰਦੇ ਗਲੀਆਂ ਦੇ ਵਿੱਚ ਕਰਨੀ ਤਾਂ ਸੀ ਉਸ ਪਬਲਿਕ ਨੂੰ ਦੱਸਣ ਵਾਸਤੇ ਵੀ ਆਹ ਤੁਸੀਂ ਇੱਥੋਂ ਡਿਸਪਰਸ ਹੋ ਜਾਵੋ ਕਿਉਂਕਿ ਇੱਥੇ ਆ ਮਿਲਟਰੀ ਦਾ ਜਿਹੜਾ ਆਪਰੇਸ਼ਨ ਇਹਦਾ ਖਤਰਾ ਹੈ। ਉਹ ਕੋਈ ਉਹੋ ਜਿਹਾ ਉਪਰਾਲਾ ਨਹੀਂ ਕੀਤਾ ਗਿਆ। ਨਹੀਂ ਜੀ, ਟਾਰਗੇਟ ਤੇ ਉਸ ਐਡਰੈਸ ਦਾ ਇਹੀ ਸੀ ਕਿ ਜੋ ਦਰਬਾਰ ਸਾਹਿਬ ਦੇ ਅੰਦਰ ਨੇ ਉਹਨਾਂ ਨੂੰ ਸੁਨੇਹਾ ਪਹੁੰਚਾਇਆ ਜਾਵੇ, ਔਰ ਇਹ ਵੀ ਅਨਾਉਂਸ ਕਿਹਾ ਗਿਆ ਸੀ ਕਿ ਜੇ ਕਿਸੇ ਨੇ ਗੱਲਬਾਤ ਕਰਨੀ ਹੋਵੇ ਉਹ ਵੀ ਬਾਹਰ ਆ ਜਾਣ। ਲੇਕਿਨ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈ ਨਾ, ਇਹ ਅਨਾਉਂਸਮੈਂਟ 2 ਸਾਈਡ ਤੋਂ ਹੋਈ, ਇੱਕ ਤੇ ਘੰਟਾ ਘਰ ਸਾਹਿਬ ਜਿਹੜੀ ਦਰਬਾਰ ਸਾਹਿਬ ਦੀ ਮੇਨ ਐਂਟਰੈਂਸ ਹੈ ਉਹਦੇ ਬਾਹਰ ਹੋਈ, ਦੂਸਰੀ ਇੱਧਰ ਜਿੱਧਰ ਗੁਰੂ ਨਾਨਕ ਦਾਸ ਹੈ ਸਾਰਿਆਂ ਨੇ ਉਹ ਹੋਈ, ਕਿਉਂਕਿ ਇਹ ਇੱਕ ਸਿਵਲ ਮਹਿਕਮੇ ਦੀ ਵੈਨ ਸੀਗੀ ਜਿਹਦੇ ਤੇ ਲਾਊਡ ਸਪੀਕਰ ਲੱਗਿਆ ਸੀਗਾ, ਇਹਨੇ ਥੋੜਾ ਜਿਹਾ ਡਿਸਟੈਂਸ ਜ਼ਰੂਰ ਰੱਖਿਆ ਆਪਣਾ ਕਿਉਂਕਿ ਉਹ ਵੀ ਡਰਦੇ ਨੇ ਮੁਲਾਜ਼ਮ ਸੀਗੇ ਕਿ ਗੋਲੀ ਨਾ ਲੱਗੇ। ਸੋ ਉਸ ਕਰਕੇ ਅਨਾਉਂਸਮੈਂਟ ਦੀ ਸਾਊਂਡ ਜਿਹੜੀ ਹੈ ਉਹ ਕਿੰਨੀ ਇਫੈਕਟਿਵਲੀ ਅੰਦਰ ਗਈ ਇਹ ਇੱਕ ਵਿਵਾਦਿਤ ਇਸ਼ੂ ਹੈਗਾ। ਲੇਕਿਨ ਹਾਂ 129-30 ਬੰਦੇ ਮੈਂ ਐਗਜ਼ੈਕਟ ਕਿਤਾਬ ਦੇ ਵਿੱਚ ਫਿਗਰ ਵੀ ਦਿੱਤੀ ਹੈਗੀ, ਉਹ ਜ਼ਰੂਰ ਆਏ। ਫਿਰ ਸੀਜ਼ ਫਾਇਰ ਨੂੰ ਐਕਸਟੈਂਡ ਵੀ ਕੀਤਾ ਗਿਆ 2 ਵਾਰ, ਕੋਸ਼ਿਸ਼ ਵੀ ਕੀਤੀ ਗਈ ਕਿ ਟੈਲੀਫੋਨ ਦਾ ਕੋਈ ਕੰਟੈਕਟ ਅੰਦਰ ਐਸਟੈਬਲਿਸ਼ ਕਰਕੇ ਫੌਜ ਵਾਲਿਆਂ ਨਾਲ ਗੱਲ ਹੋਵੇ ਉਹਨਾਂ ਦੀ ਉਹ ਹੋ ਸਕੇ, ਲੇਕਿਨ ਉਹ ਵੀ ਕਾਮਯਾਬ ਨਹੀਂ ਹੋਇਆ। ਫਿਰ ਇੱਕ ਡਾਕਟਰ ਸਾਹਿਬ ਸੀਗੇ ਆਪਣੇ SGPC ਦੇ ਹਸਪੀਟਲ ਹੈ ਗੁਰੂ ਹਾਂਜੀ ਹੈਲੋ ਹਸਪੀਟਲ, ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਗਈ ਕਿ ਅੰਦਰ ਭੇਜ ਕੇ ਕੋਈ ਗੱਲਬਾਤ ਕਰਵਾਈ ਜਾਵੇ, ਲੇਕਿਨ ਉਹ ਕਾਮਯਾਬ ਨਹੀਂ। ਹੈਲੋ ਹਾਂਜੀ ਹਾਂਜੀ, ਕੈਨ ਯੂ ਹੀਅਰ ਮੀ? ਹਾਂਜੀ ਯੈਸ ਵੀ ਬੈਕ, ਯੇ ਠੀਕ ਹੈ। ਹਾਂਜੀ ਹਾਂਜੀ, ਸੋ ਮੈਂ ਕਹਿ ਰਿਹਾ ਸੀ ਜੀ ਕਿ ਉਹ ਕੋਈ ਜੋ ਐਫਰਟ ਕੀਤਾ ਗਿਆ ਉਹ ਕਾਮਯਾਬ ਨਹੀਂ ਹੋਇਆ ਪੂਰਾ ਇਫੈਕਟਿਵਲੀ।
ਤੇ ਜਿਹੜੇ ਇਹ ਪਬਲਿਕ ਦੀ ਅਨਾਉਂਸਮੈਂਟ ਕੀਤੀ ਗਈ ਸੀ ਕਿ ਇਹ ਸਾਰੇ ਆਪਰੇਸ਼ਨ ਦੁਆਰਾ ਜਿਹੜੇ ਅੰਦਰ ਲੀਡਰ ਸਨ ਉਹਨਾਂ ਨੂੰ ਪਤਾ ਸਨ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਭਾਈ ਸਵੇਗ ਸਿੰਘ, ਜਿਹੜੇ ਲੀਡਰ ਸਨ, ਇਹਨਾਂ ਨਾਲ ਕੋਈ ਉਪਰਾਲਾ ਕੀਤਾ ਗਿਆ ਇਹਨਾਂ ਨੂੰ ਕੰਟੈਕਟ ਕਰਨ ਵਾਸਤੇ ਵੀ ਤੁਸੀਂ ਸਰੈਂਡਰ ਕਰ ਦਿਓ, ਤੁਸੀਂ ਸਾਡੇ ਨਾਲ ਗੱਲਬਾਤ ਕਰੋ? ਕੀ ਇਹੋ ਜਿਹਾ ਕੋਈ ਉਪਰਾਲਾ ਹੋਇਆ ਸੀ? ਨਹੀਂ, ਉਪਰਾਲਾ ਜਿਹੜਾ ਹੋਇਆ ਸੀ ਜੀ ਉਹ ਕਾਮਯਾਬ ਨਹੀਂ ਹੋਇਆ। ਮੈਂ ਤੁਹਾਨੂੰ ਅਰਜ਼ ਕਰ ਰਿਹਾ ਸੀ ਕਿ ਟੈਲੀਫੋਨ ਲਾਈਨਾਂ ਸਾਰੀਆਂ ਫੌਜ ਨੇ ਉੱਥੇ ਡਿਸਕਨੈਕਟ ਕਰ ਦਿੱਤੀਆਂ ਸੀਗੀਆਂ। ਅੱਛਾ। ਇਸ ਕਰਕੇ ਅੰਦਰ ਵੀ ਦਰਬਾਰ ਸਾਹਿਬ ਦੇ ਕੋਈ ਟੈਲੀਫੋਨ ਲਿੰਕ ਨਹੀਂ ਸੀ ਰਿਹਾ। ਫਿਰ ਸਿਵਲ ਐਡਮਿਨਿਸਟ੍ਰੇਸ਼ਨ ਦੇ ਕਹਿਣ ਤੇ ਫੌਜ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਲਾਈਨਾਂ ਨੂੰ ਰਿਸਟੋਰ ਕੀਤਾ ਜਾਏ ਤਾਂ ਕਿ ਕੋਈ ਗੱਲਬਾਤ ਹੋ ਸਕੇ, ਲੇਕਿਨ ਉਹ ਕਾਮਯਾਬ ਨਹੀਂ ਹੋਇਆ। ਤੇ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਤੁਹਾਨੂੰ ਕਿ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਪਰਾਲਾ ਕੀਤਾ ਗਿਆ ਕਿ ਡਾਕਟਰ ਉਹਨਾਂ ਦਾ ਹੁਣ ਮੈਨੂੰ ਨਾਮ ਪੂਰਾ ਯਾਦ ਨਹੀਂ ਰਿਹਾ, ਕਿਤਾਬ 'ਚ ਮੈਂਸ਼ਨ ਕੀਤਾ, SGPC ਦੇ ਹਸਪਤਾਲ ਦੇ ਉਹ ਇੰਚਾਰਜ, ਉਹ ਸੰਤਾਂ ਦੇ ਵੀ ਡਾਕਟਰ ਸਨ, ਵੀ ਉਹਨਾਂ ਨੂੰ ਅੰਦਰ ਭੇਜਿਆ ਜਾਵੇ ਤੇ ਪਰਸੂਏਡ ਕਰਵਾਇਆ ਜਾਵੇ, ਲੇਕਿਨ ਉਹ ਗੱਲ ਬਣੀ ਨਹੀਂ ਜੀ। ਕਿਤਾਬ ਦੇ ਵਿੱਚ ਮੈਂ ਪੂਰਾ ਡਿਟੇਲਡ ਸਟੈਪ ਬਾਈ ਸਟੈਪ ਬਿਆਨ ਕੀਤਾ ਕਿ ਕੀ ਐਫਰਟ ਹੋਇਆ ਤੇ ਕਿਉਂ ਉਹ ਕਾਮਯਾਬ ਨਹੀਂ ਹੋ ਸਕਿਆ। ਐਂਡ ਰਿਜ਼ਲਟ ਇਹ ਰਿਹਾ, ਕਨਕਲੂਜਨ ਇਹ ਹੈ ਤੁਹਾਡੀ ਗੱਲ ਦਾ ਜਵਾਬ ਦੇਣ ਦੇ ਲਈ, ਕਿ ਇਫੈਕਟਿਵ ਡਾਇਲੌਗ ਜਾਂ ਇਫੈਕਟਿਵ ਇੱਕ ਕੋਈ ਆਪਸ ਤਾਲਮੇਲ ਜਿਹੜਾ ਹੈਗਾ ਫੌਜ ਦਾ ਅੰਦਰ ਜੋ ਖਾੜਕੂ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਨਾਲ ਜਾਂ ਜਰਨੈਲ ਸਿੰਘ ਭਿੰਡਰਾਂ ਜੀ ਦੇ ਨਾਲ ਗੱਲ ਨਹੀਂ ਹੋ ਸਕੀ। ਔਰ ਉਹ ਗੋਲਾਬਾਰੀ ਜਿਹੜੀ ਹੈਗੀ ਦੁਆਰਾ ਫੇਰ ਰਿਜ਼ਿਊਮ ਹੋ ਗਈ ਤੇ ਕਨਫਲਿਕਟ ਜਿਹੜਾ ਸੀਗਾ ਉਹ ਉਸੇ ਤਰ੍ਹਾਂ ਰਹਿ ਗਿਆ। ਤੇ ਇਹ ਜਿਹੜਾ ਅਟੈਕ ਕੀਤਾ ਗਿਆ, ਜੇ ਸਾਨੂੰ ਥੋੜਾ ਦੱਸੋ ਕਿ ਗਿਆਨੀ ਜੈਲ ਸਿੰਘ ਉਹਨਾਂ ਨੇ ਆਪਣੀ ਕਿਤਾਬ ਵਿੱਚ ਲਿਖ ਦਿੱਤਾ ਮੈਨੂੰ ਕੋਈ ਪਤਾ ਨਹੀਂ ਅਟੈਕ ਦਾ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਕੀ ਉਹ ਜੋ ਲਾਈਨ ਆਫ ਪਾਵਰ ਜਿਹੜੀ ਹੁੰਦੀ ਆ ਤੇ ਉਹਨੂੰ ਫਾਲੋ ਕੀਤਾ ਗਿਆ ਅਟੈਕ ਕਰਨ ਵਾਸਤੇ, ਜਾਂ ਜਿਸ ਤਰ੍ਹਾਂ ਤੁਸੀਂ ਕਿਤਾਬ ਵਿੱਚ ਲਿਖਿਆ ਵੀ ਆ ਕਿ ਲੈਫਟੀਨੈਂਟ ਜਨਰਲ ਸੁੰਦਰ ਜੀ ਉਹਨੂੰ ਸੱਦ ਕੇ ਉਹਨੂੰ ਸਾਰੇ ਇਖਤਿਆਰ ਦੇ ਦਿੱਤੇ, ਕਿਉਂਕਿ ਇੰਚਾਰਜ ਜਿਹੜੇ ਸਨ ਉਹ ਸਨ AC ਵੈਦੀਆ, ਚੀਫ ਆਫ ਆਰਮੀ ਸਟਾਫ ਜਨਰਲ, ਉਹਨਾਂ ਨੂੰ ਵੀ ਉਹਨਾਂ ਨੂੰ ਕੰਸਲਟ ਕੀਤਾ ਗਿਆ, ਜਾਂ ਸਿਰਫ ਇਹ ਡਿਕਟੇਟਰਸ਼ਿਪ ਸੀ, ਹੁਕਮ ਸੀ ਚਲੋ ਜੀ ਕਰ ਦਿਓ ਅਟੈਕ? ਮੈਂ ਜਿਸ ਤਰ੍ਹਾਂ ਤੁਹਾਨੂੰ ਕੱਲ ਵੀ ਐਕਸਪਲੇਨ ਕੀਤਾ ਸੀ ਜੀ ਪਹਿਲੀ ਸਿਟਿੰਗ ਦੇ ਵਿੱਚ, ਕਿ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਹੈ ਉਸੇ ਤਰ੍ਹਾਂ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ। ਇੱਥੇ ਰਾਸ਼ਟਰਪਤੀ ਹੈ, ਟੈਕਨੀਕਲੀ ਉਹ ਫੌਜ ਦੇ ਮੁਖੀ ਜ਼ਰੂਰ ਹਨ, ਲੇਕਿਨ ਅਸਲੀ ਜੋ ਇਖਤਿਆਰ ਨੇ, ਪਾਵਰਸ ਨੇਗੀਆਂ ਸਰਕਾਰ ਦੀਆਂ, ਉਹ ਪ੍ਰਧਾਨ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਹੀ ਐਕਸਰਸਾਈਜ਼ ਕਰਦਾ ਹੈ, ਕਾਉਂਸਲ ਇਨ ਮਿਨਿਸਟਰਸ ਵਿਦ ਪ੍ਰੈਜ਼ੀਡੈਂਟ। ਤੋ ਇਹ ਫੈਸਲਾ ਜੋ ਸੀ ਫੌਜ ਦਾ ਬੁਲਾਉਣ ਦਾ, ਇਹ ਕਾਉਂਸਲ ਆਫ ਮਿਨਿਸਟਰਸ ਦੀ ਸਬ ਕਮੇਟੀ ਦਾ ਸੀਗਾ, ਪ੍ਰਧਾਨ ਮੰਤਰੀ ਦਾ ਸੀਗਾ। ਗਿਆਨੀ ਜੈਲ ਸਿੰਘ ਨੇ ਕਿਤਾਬ 'ਚ ਲਿਖਿਆ ਬਾਅਦ ਦੇ ਵਿੱਚ ਕਿ ਮੈਨੂੰ ਨਹੀਂ ਦੱਸਿਆ ਗਿਆ ਕਿ ਫੌਜ ਨੂੰ ਅੰਮ੍ਰਿਤਸਰ ਜਾਂ ਪੰਜਾਬ ਦੇ ਵਿੱਚ ਭੇਜਿਆ ਗਿਆ ਜਾਂ ਜਾ ਰਿਹਾ ਹੈ ਆਰਮੀ ਐਕਸ਼ਨ ਦੇ ਲਈ। ਸੋ ਉਹਨਾਂ ਨੇ ਬਲਕਿ ਇਹ ਇੱਕ ਤਰ੍ਹਾਂ ਦਾ ਐਲੀਗੇਸ਼ਨ ਹੀ ਲਾਇਆ ਕਿ ਮੈਨੂੰ ਡਾਰਕ 'ਚ ਰੱਖਿਆ ਗਿਆ। ਹਾਂਜੀ, ਤੋ ਜਿੱਥੇ ਤੱਕ ਫੌਜ ਦਾ ਤਾਲੁਕ ਹੈ, ਫੌਜ ਦੇ ਵਿੱਚ ਇਹ ਠੀਕ ਹੈ ਕਿ ਜਨਰਲ ਵੈਦਿਆ ਨੂੰ ਕੰਸਲਟ ਕੀਤਾ ਗਿਆ, ਪਰ ਕਈ ਜਗ੍ਹਾ ਵੈਦਿਆ ਸਾਹਿਬ ਦੇ ਜਿਹੜੇ ਨੰਬਰ 2 ਸੀਗੇ ਥੱਲੇ ਜਰਨੈਲ, ਉਹਨਾਂ ਨਾਲ ਵੀ ਸਿੱਧੀ ਗੱਲਬਾਤ ਹੁੰਦੀ ਰਹੀ। ਔਰ BD ਪਾਂਡੇ ਉਸ ਸਮੇਂ ਜੋ ਪੰਜਾਬ ਦੇ ਗਵਰਨਰ ਸਨ, ਉਹ ਪਹਿਲਾਂ ਕੈਬਨਿਟ ਸੈਕਟਰੀ ਦੇ ਤੌਰ ਦੇ ਉੱਤੇ ਉਹਨਾਂ ਨੇ ICS ਸੀਗੇ, ਉਹ ਨੌਕਰੀ ਕੀਤੀ। ਉਹਨਾਂ ਨੇ ਵੀ ਕਿਤਾਬ ਦੇ ਵਿੱਚ ਲਿਖਿਆ ਕਿ ਮੈਨੂੰ ਦਿੱਲੀ ਬੁਲਾਇਆ ਗਿਆ ਤੇ ਦਿੱਲੀ ਬੁਲਾ ਕੇ ਮੈਨੂੰ ਕਿਹਾ ਗਿਆ ਕਿ ਅਸੀਂ ਫੈਸਲਾ ਕਰ ਲਿਆ ਵੀ ਫੌਜ ਐਕਸ਼ਨ ਹੋਏਗਾ, ਤੁਸੀਂ ਚੰਡੀਗੜ੍ਹ ਜਾਓ ਤੇ ਜਾ ਕੇ ਇੱਕ ਫਾਰਮਲ ਆਰਡਰ ਹੁਕਮ ਜਾਰੀ ਕਰੋ ਸਟੇਟ ਗਵਰਨਮੈਂਟ ਵੱਲੋਂ ਵੀ। ਉਹ ਹੁਕਮ ਫਿਰ ਜੂਨ ਨੂੰ ਆ ਕੇ ਦਿੱਲੀ ਉਹਨਾਂ ਨੇ ਉਸ ਸਮੇਂ ਦੇ ਜੋ ਮੁੱਖ ਸਕੱਤਰ ਸਨ, ਜਿਹਨੂੰ ਆਪਾਂ ਚੀਫ ਸੈਕਟਰੀ ਕਹਿੰਦੇ ਆ, ਉਹਨਾਂ ਨੂੰ ਬੁਲਾਇਆ ਰਾਜ ਭਵਨ। ਉਹਨਾਂ ਦੇ ਨਾਲ ਸਰਦਾਰ ਅਮਰੀਕ ਸਿੰਘ ਪੁਨੀ, ਉਸ ਸਮੇਂ ਦੇ ਗ੍ਰਹਿ ਸਕੱਤਰ ਸੀ, ਜਿਹਨੂੰ ਹੋਮ ਮਿਨਿਸਟਰ ਕਹਿੰਦੇ ਆਪਾਂ, ਉਹਨਾਂ ਨੂੰ ਬੁਲਾਇਆ ਗਿਆ ਤੇ ਨਾਲ ਹੀ ਜਨਰਲ ਸੁੰਦਰ ਜੀ ਨੂੰ ਬੁਲਾਇਆ ਗਿਆ। ਤੇ ਗਵਰਨਰ ਸਾਹਿਬ ਦੇ ਕਹੇ ਤੋਂ ਜੋ ਦਿੱਲੀੋਂ ਆਦੇਸ਼ ਆਏ ਸੀਗੇ, ਉਸ ਦੇ ਹਿਸਾਬ ਦੇ ਨਾਲ ਅਮਰੀਕ ਸਿੰਘ ਪੁਨੀ ਜੀ ਨੂੰ ਕਿਹਾ ਗਿਆ ਕਿ ਤੁਸੀਂ ਚਿੱਠੀ ਇਸ਼ੂ ਕਰੋ ਫੌਜ ਨੂੰ। ਤੇ ਉਹਨਾਂ ਨੇ ਪਹਿਲਾਂ ਰਿਲੈਕਟੈਂਟ ਸੀਗੇ, ਲੇਕਿਨ ਉਹਨਾਂ ਨੇ ਫਿਰ ਦਸਤਖਤ ਕਰਤੇ, ਚਿੱਠੀ ਉੱਥੇ ਡਿਕਟੇਟ ਹੋਈ ਤੇ ਉਹ ਜਨਰਲ ਵੈਦਿਆ ਨੂੰ ਦੇ ਦਿੱਤੀ ਗਈ। ਉਸ ਚਿੱਠੀ ਦੇ ਹਿਸਾਬ ਦੇ ਨਾਲ ਪੰਜਾਬ 'ਚ ਫੌਜ ਨੂੰ ਆਉਣ ਦਾ ਸੱਦਾ ਦਿੱਤਾ ਗਿਆ। ਔਰ ਜੋ ਵੀ ਪੰਜਾਬ ਦੇ ਵਿੱਚ ਐਕਸ਼ਨ ਹੋਇਆ, ਇਨਕਲੂਡਿੰਗ ਦਰਬਾਰ ਸਾਹਿਬ ਦੇ ਵਿੱਚ, ਉਸ ਚਿੱਠੀ ਦੇ ਤੋਂ ਜੋ ਪਾਵਰਸ ਮਿਲੀਆਂ ਫੌਜ ਨੂੰ, ਉਸ ਪਾਵਰਸ ਦੇ ਹਿਸਾਬ ਦੇ ਨਾਲ
ਤੇ ਦੋ ਇਹਦੇ ਚ ਨਵੇਂ ਕਾਨੂੰਨ ਵੀ ਬਣੇ ਸੀਗੇ, ਵੀ ਮੈਂ ਤੁਹਾਨੂੰ ਦੱਸ ਦਿਆਂ। ਇੱਕ ਹੈਗਾ ਡਿਸਟਰਬਡ ਏਰੀਆਜ਼ ਐਕਟ, ਇੱਕ ਹੈਗਾ ਸਪੈਸ਼ਲ ਆਰਮਡ ਫੋਰਸਿਸ ਐਮਪਾਵਰਮੈਂਟ ਐਕਟ। ਉਹ ਜਿਸ ਮੁਲਕ ਦੇ ਵਿੱਚ ਜਿਹੜਾ ਏਰੀਆ ਡਿਸਟਰਬਡ ਏਰੀਆ ਡਿਕਲੇਅਰ ਹੋ ਜੇ ਔਰ ਫੌਜ ਨੂੰ ਜੇ ਉੱਥੇ ਸੰਮਨ ਕੀਤਾ ਜਾਵੇ ਤਾਂ ਫੌਜ ਨੂੰ ਇਹ ਪੂਰੇ ਇਖਤਿਆਰ ਹੋ ਜਾਂਦੇ ਨੇ ਕਿ ਉਹ ਬਿਨਾਂ ਕਿਸੇ ਮੈਜਿਸਟ੍ਰੇਟ ਦੀ ਆਗਿਆ ਦੇ ਜਾਂ ਮੈਜਿਸਟ੍ਰੇਟ ਨੂੰ ਨਾਲ ਲੈਣ ਦੇ ਬਿਨਾਂ ਉਹ ਸਰਚ, ਸੀਜ਼, ਅਰੈਸਟ, ਫਾਇਰ ਈਵਨ ਟੂ ਦ ਐਕਸਟੈਂਟ ਆਫ ਕਿਲਿੰਗ ਐਨੀਵਨ, ਜੇ ਕੋਈ ਜ਼ਰੂਰਤ ਹੋਵੇ, ਇਹੋ ਜਿਹੀ ਸਿਚੁਏਸ਼ਨ ਹੋਵੇ, ਉਹ ਕਰ ਸਕਦੀਆਂ ਨੇ। ਸੋ ਫੌਜ ਨੂੰ ਇਹਦੇ ਨਾਲ ਪੂਰੇ ਇਖਤਿਆਰ ਮਿਲ ਗਏ ਸਾਰੇ ਪੰਜਾਬ 'ਚ। ਇਕੱਲਾ ਦਰਬਾਰ ਸਾਹਿਬ ਹੀ ਨਹੀਂ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 40 ਦੇ ਕਰੀਬ 40-43 ਗੁਰਦੁਆਰਾ ਸਾਹਿਬਾਨ ਦੇ ਵਿੱਚ ਫੌਜ ਦਾ ਆਪਰੇਸ਼ਨ ਹੋਇਆ। ਸਾਡੇ ਨਾਲ ਲੱਗਦਾ ਸੂਬਾ ਹੈ ਹਰਿਆਣਾ, ਉੱਥੇ ਵੀ ਹੋਇਆ। ਨਾਢਾ ਸਾਹਿਬ ਹੈ ਗੁਰਦੁਆਰਾ ਸਾਹਿਬ ਚੰਡੀਗੜ੍ਹ ਨਾਲ ਹਰਿਆਣੇ 'ਚ, ਉੱਥੇ ਹੋਇਆ। ਅੰਬਾਲੇ ਹੋਇਆ, ਪਟਿਆਲੇ ਦੁੱਖ ਨਿਵਾਰਨ ਸਾਹਿਬ ਗੋਲੀ ਚੱਲੀ, ਮੁਕਤਸਰ ਚੱਲੀ। ਹਾਂਜੀ, ਪਟਿਆਲੇ ਤੇ ਸ਼ਹਾਦਤ ਵੀ ਹੋਈ ਹੈਗੀ ਉਹਨਾਂ ਦਿਨਾਂ 'ਚ ਇਸ ਐਕਸ਼ਨ ਦੇ ਦੌਰਾਨ। ਸੋ ਅੰਮ੍ਰਿਤਸਰ ਤੋਂ ਇਲਾਵਾ ਬਾਕੀ ਗੁਰਦੁਆਰੇ, ਹਾਂ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਠੀਕ ਦਰਬਾਰ ਸਾਹਿਬ ਸਰਕਾਰ ਦੇ ਕਹਿਣ ਅਨੁਸਾਰ ਉੱਥੇ ਮਿਲੀਟੈਂਟ ਸਨ, ਉੱਥੇ ਅਟੈਕ ਕੀਤਾ। ਤੁਸੀਂ ਆਪ ਦੱਸਿਆ ਕਿ ਬਾਕੀ ਗੁਰਦੁਆਰੇ 40-50 ਗੁਰਦੁਆਰੇ, ਦੂਸਰੀਆਂ ਸੀਟਾਂ ਵਿੱਚ ਵੀ ਗੁਰਦੁਆਰੇ, ਉਹਨਾਂ ਦੇ ਵਿੱਚ ਕੀ ਉੱਥੇ ਵੀ ਮਿਲੀਟੈਂਟ ਹੀ ਬੈਠੇ ਸਨ ਜਾਂ ਅਟੈਕ ਕੀਤਾ ਜਿਹੜਾ ਸਾਰੇ ਗੁਰਦੁਆਰੇ? ਇਹ ਇੱਕ ਕਿਸਮ ਦਾ ਕਿ ਸਬਕ ਸਿਖਾਉਣ ਦਾ, ਕਿ ਕੌਮ ਨੂੰ ਸਬਕ ਸਿਖਾਉਣਾ, ਇਹ ਮਲੂਮ ਹੁੰਦਾ ਹੈ। ਸਾਹ ਸਾਹਿਬ ਇਹ ਤੇ ਦੇਖੋ ਆਪਣੇ ਇੰਟਰਪ੍ਰੀਟੇਸ਼ਨ ਤੇ ਪਰਸੈਪਸ਼ਨ ਦਾ ਇੱਕ ਮਸਲਾ ਆ ਜਾਂਦਾ ਹੈ। ਗਵਰਨਮੈਂਟ ਦੀ ਜੋ ਸੀ ਉਹਦੇ ਹਿਸਾਬ ਨਾਲ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਇਹ ਸੀ ਕਿ ਬਾਕੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਕੁਝ ਇੱਕ ਖਾੜਕੂ ਜਥੇਬੰਦੀਆਂ ਦੇ ਮੈਂਬਰਸ ਜਿਹੜੇ ਸਨ ਉਹ ਸ਼ਰਨ ਲੈਂਦੇ ਸਨ। ਔਰ ਇਹਦੇ ਚ ਪਹਿਲਾਂ ਕਿਹਾ ਤੁਹਾਨੂੰ ਵੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲੇ ਤੇ ਐਕਸਚੇਂਜ ਆਫ ਫਾਇਰ ਵੀ ਹੋਇਆ, ਇੱਕ ਦੋ ਬੰਦੇ ਸ਼ਹੀਦ ਵੀ ਹੋਏ। ਸੋ ਮਤਲਬ ਖਾੜਕੂ ਸਨ, ਵੈਪਨ ਸਨ। ਦੂਜਾ ਪਰਪਸ ਜਿਹੜਾ ਹੈਗਾ ਇਹਦਾ ਇਹ ਹੋ ਸਕਦਾ ਹੈ ਕਿ ਦੇ ਵਾਂਟਡ ਟੂ ਕਲੀਅਰ ਐਂਡ ਕਲੀਨ ਅਪ ਐਵਰੀਥਿੰਗ, ਕਿ ਕੋਈ ਬਚੇ ਨਾ ਇੱਕਦਮ। ਸਾਰੇ ਪੰਜਾਬ ਜਿੰਨੇ ਵੀ ਜਥੇਬੰਦੀਆਂ ਨਾਲ ਸੰਬੰਧਿਤ ਲੋਕ ਹਨ ਉਹਨਾਂ ਨੂੰ ਅਰੈਸਟ ਕਰ ਲਿਆ ਜਾਏ, ਫੜ ਲਿਆ ਜਾਏ। ਤੇ ਜਿਹੜੇ ਆਪਣੇ ਇਹ ਵੀ ਜਦੋਂ ਅੰਮ੍ਰਿਤਸਰ ਤੇ ਦਰਬਾਰ ਸਾਹਿਬ ਦੇ ਮਿਲਟਰੀ ਆਉਂਦੀ ਹੈ ਤੇ ਇਹ ਵੀ ਸੁਣਨ ਵਿੱਚ ਆਇਆ ਕਿ ਜਿਹੜੇ ਅਕਾਲੀ ਲੀਡਰ ਸਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਬਾਕੀ ਉਹਨਾਂ ਨੇ ਬਹੁਤ ਬਾਹਾਂ ਖੜੀਆਂ ਕਰਕੇ ਉਹ ਮਿਲਟਰੀ ਆਪਣੇ ਜੀਪ ਵਿੱਚ ਬੈਠ ਗਏ। ਤੇ ਜੇ ਉਹ ਬੈਠ ਸਕਦੇ, ਉਹਨਾਂ ਨਾਲ ਗੱਲਬਾਤ ਕੀਤੀ ਤੇ ਸੰਤਾਂ ਨਾਲ ਜਾਂ ਮਿਲੀਟੈਂਟ ਜਿਹੜੇ ਕਹਿ ਲਈਏ ਆਪਾਂ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਇਹ ਕੀ ਸੱਚਾਈ ਹੈ? ਨਹੀਂ ਸਾਸਾ, ਇਹ ਵੀ ਦੇਖੋ, ਮੈਂ ਜਿੱਦਾਂ ਪਹਿਲੇ ਸੈਸ਼ਨ 'ਚ ਤੁਹਾਨੂੰ ਅਰਜ਼ ਕੀਤਾ ਸੀ ਕਿ ਐਡੇ ਵਰਸ਼ਨਸ ਆ ਜਾਂਦੇ ਨੇਗੇ, ਹਰ ਕੋਈ ਕਲੇਮ ਕਰਦਾ ਵੀ ਮੈਂ ਆਹ ਸੁਣਿਆ, ਆਹ ਦੇਖਿਆ, ਆਹ ਕਿਹਾ ਹੈਗਾ। ਉਹ ਇੱਕ ਜੋ ਟਰੂਥ ਹੈਗੀ ਹੈ, ਜੋ ਸੱਚਾਈ ਹੈ, ਉਹਦਾ ਬੇਸ ਜ਼ਰੂਰ ਹੁੰਦਾ ਹੈ, ਲੇਕਿਨ ਉਹ ਤੋੜ ਮੜੋੜ ਕੇ ਤੱਥਾਂ ਨੂੰ ਉਹ ਸਾਹਮਣੇ ਆ ਜਾਂਦੀ ਹੈ। ਤੁਹਾਡੀ ਜਿਹੜੀ ਤੁਸੀਂ ਗੱਲ ਕਹੀ ਹੈ ਇਹਦੇ 'ਚ ਪਾਰਟ ਸੱਚਾਈ ਹੈ। ਪਾਰਟ ਸੱਚਾਈ ਇਹ ਹੈ ਕਿ ਜੋ ਅਕਾਲੀ ਦਲ ਦੇ ਲੀਡਰ ਸਨ, ਇਨਕਲੂਡਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਸ ਸਮੇਂ ਦੇ ਸਰਦਾਰ ਗੁਰਚਰਨ ਸਿੰਘ ਤੌੜਾ, ਅਕਾਲੀ ਦਲ ਮੋਰਚੇ ਦੇ ਸੈਕਟਰ ਸੰਤ ਹਰਚੰਦ ਸਿੰਘ ਲੌਂਗੋਵਾਲ, ਤੇ ਉਹਨਾਂ ਦੇ ਨਾਲ ਜਿਵੇਂ ਆਪਣਾ ਰਾਮੂ ਵਾਲੀਆ, ਬਾਅਦ ਚ ਮਿਨਿਸਟਰ ਵੀ ਬਣਿਆ, MPC ਦੇ ਵਿੱਚ ਬਲਵੰਤ ਰਾਮੂ ਵਾਲੀਆ, ਇਹ ਸੀਗਾ, 10-12 ਹੋਰ ਬੰਦੇ, ਅਖੰਡ ਕੀਰਤਨੀ ਜਥੇ ਦੀ ਬੀਬੀ ਸੀਗੀ ਨਾਲ। ਇਹ ਸਾਰੇ ਜਿਹੜੇ ਸਨ, ਇਹ ਜਿਹਨੂੰ ਅਸੀਂ ਸਰਾਏ ਕੰਪਲੈਕਸ ਕਹਿੰਦੇ ਹਾਂ ਨਾ, ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ, ਇੱਧਰ ਸੀਗੇ। ਇਸ ਪਾਸੇ ਦਰਬਾਰ ਸਾਹਿਬ ਅਕਾਲ ਤਖਤ ਵੱਲ ਨਹੀਂ ਸੀਗੇ। ਸੈਂਕਟਮ ਸੈਂਕਟੋਰਮ ਜਾਂ ਜਿਹਨੂੰ ਅਸੀਂ ਹਰਮੰਦਰ ਸਾਹਿਬ ਪ੍ਰੋਪਰ ਕਹਿੰਦੇ ਹਾਂ ਸਰੋਵਰ ਦੇ ਵਿੱਚ, ਉੱਥੇ ਨਹੀਂ ਸੀਗੇ, ਇੱਧਰਲੇ ਪਾਸੇ ਸਨ। ਤੋਂ ਐਕਸ਼ਨ ਜਦ ਖਤਮ ਹੋਇਆ, ਇਹ ਮੈਂ 6 ਦੀ ਗੱਲ ਦੱਸ ਰਿਹਾ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਅਰਜ਼ ਕੀਤੀ ਹੈ ਵੀ 3 ਤਰੀਕ ਨੂੰ ਸ਼ਾਮ ਨੂੰ ਘੇਰਾ ਪੈ ਗਿਆ, 5 ਤਰੀਕ ਨੂੰ ਫੌਜ ਅੰਦਰ ਚਲੀ ਗਈ ਹੈ। ਸੁਬਾਹ 6 ਵਜੇ 6 ਤਰੀਕ ਨੂੰ ਸੁਬਾਹ ਆਪਰੇਸ਼ਨ ਜਿਹੜਾ ਸੀਗਾ ਉਹ ਖਤਮ ਹੋ ਗਿਆ। ਤੋਂ ਜਦ ਉਹ ਆਪਰੇਸ਼ਨ ਖਤਮ ਹੋ ਗਿਆ, ਉਸ ਤੋਂ ਬਾਅਦ ਫੌਜ ਦੇ ਕੁਝ ਸੀਨੀਅਰ ਅਫਸਰਾਂ ਨੇ
ਇਸ ਗੁਰੂ ਨਾਨਕ ਨਿਵਾਸ ਚ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਜਾ ਕੇ ਇਸ ਅਕਾਲੀ ਲੀਡਰਸ਼ਿਪ ਨੂੰ ਤੇ ਐਸਜੀਪੀਸੀ ਦੇ ਪ੍ਰਧਾਨਾਂ ਨੂੰ ਅਰੈਸਟ ਕੀਤਾ ਉੱਥੋਂ ਕਮਰੇ ਚੋਂ। ਠੀਕ ਅਰੈਸਟ ਹੈ। ਕਰਕੇ ਇੱਕ ਜਿਹਨੂੰ ਅਸੀਂ ਆਰਮਡ ਪਰਸਨਲ ਕੈਰੀਅਰ ਕਹਿੰਦੇ ਆ, ਏਪੀਸੀ, ਉਹ ਟੈਂਕ ਵਰਗਾ ਹੁੰਦਾ ਬੰਦ ਚਾਰੋਂ ਹੂੰ ਪਾਸਿਓਂ, ਹਾਂਜੀ। ਹੂੰ ਉਹਦੇ ਵਿੱਚ ਕਮਰੇ ਤੋਂ ਉਸ ਏਪੀਸੀ ਤੱਕ ਹੋ ਸਕਦਾ ਉਹਨਾਂ ਦੇ ਹੱਥ ਖੜੇ ਕਰਾ ਲਏ, ਹੁਣ ਵੀ ਹੱਥ ਖੜੇ ਕਰੋ, ਕੋਈ ਗੋਲੀ ਨਾ ਮਾਰਦੇ ਫੌਜੀ, ਕਿਉਂਕਿ ਚਾਰੋਂ ਪਾਸੇ ਫੌਜੀ ਸੀ ਨਾ ਜੀ ਜਿਹੜਾ। ਹਾਂਜੀ ਲੇਕਿਨ ਉਹਨਾਂ ਨੂੰ ਅਰੈਸਟ ਕਰਕੇ ਉੱਥੋਂ ਫੌਜ ਲੈ ਕੇ ਗਈ ਹੈ। ਉਹਨਾਂ ਨੇ ਹੂੰ ਸਰੈਂਡਰ ਕੋਈ ਨਹੀਂ ਕੀਤਾ। ਦੇ ਵਰ ਹੂੰ ਅਰੈਸਟਡ, ਟੇਕਨ ਇਨਟੂ ਕਸਟਡੀ। ਵੀ ਕੈਨ ਹੂੰ ਸੇ ਦੇ ਵਰ ਟੇਕਨ ਇਨਟੂ ਪ੍ਰੋਟੈਕਟਿਵ ਕਸਟਡੀ, ਉਹ ਦੂਜੀ ਗੱਲ ਹੈ ਜੀ। ਲੇਕਿਨ ਠੀਕ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ। ਔਰ ਬਾਅਦ ਦੇ ਵਿੱਚ ਉਦੋਂ ਹੋਰ ਵੀ ਜਿੱਥੇ ਉੱਥੇ ਜਿੰਨੇ ਬੰਦੇ ਸੀਗੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਜਿਹੜੇ ਨੇਗੇ ਉਹ ਦਰਬਾਰ ਸਾਹਿਬ ਤੋਂ ਅਰੈਸਟ ਹੋਏ। ਲੇਕਿਨ ਕਿਉਂਕਿ ਇਹ ਲੀਡਰ ਸੀ, ਇਹਨਾਂ ਨੂੰ ਵੱਖਰਾ ਕਰਕੇ ਪਹਿਲਾਂ ਉਹਨਾਂ ਨੇ ਸਕਾਟ ਕਰਕੇ ਲੈ ਗਏ, ਫੌਜ ਦੇ ਵਿੱਚ ਕੰਟੋਨਮੈਂਟ ਲੈ ਗਏ, ਔਰ ਉੱਥੇ ਜਾ ਕੇ ਇਹਨਾਂ ਨੂੰ ਇੱਕ ਗੈਸਟ ਹਾਊਸ ਦੇ ਵਿੱਚ ਰੱਖਿਆ ਗਿਆ। ਬਾਅਦ ਚ ਇਹਨਾਂ ਦੀ ਫਾਰਮਲ ਅਰੈਸਟ ਪਾ ਕੇ ਇਹਨਾਂ ਨੂੰ ਰਾਜਸਥਾਨ ਭੇਜ ਦਿੱਤਾ ਗਿਆ ਸੀ, ਜੈਪੁਰ ਤੇ ਜੋਧਪੁਰ। ਹੂੰ ਉਹ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਦੇ ਪ੍ਰੋਵੀਜ਼ਨ ਲੱਗ ਗਏ ਸੀ ਇਹਨਾਂ ਦੇ ਉੱਤੇ, ਤੇ ਉਹ 7-8 ਮਹੀਨੇ ਸਾਲ ਇਹ ਫਿਰ ਜੇਲ੍ਹ 'ਚ ਰਹੇ ਨੇਗੇ ਸਾਰੇ। ਤੇ ਦੂਸਰਾ ਆਪਾਂ ਅਗਲੇ ਸਵਾਲਾਂ ਆਈਏ ਕਿ ਇਹ ਇਲਜ਼ਾਮ ਲਾਏ ਜਾਂਦੇ ਸਨ ਕਿ ਪਾਕਿਸਤਾਨ ਨੇ ਖਾੜਕੂਵਾਦ ਇਹਨਾਂ ਨੇ ਬਹੁਤ ਸਹਾਇਤਾ ਕੀਤੀ ਹੈ, ਇਹਨਾਂ ਨੂੰ ਟ੍ਰੇਨਿੰਗ ਦਿੱਤੀ ਆ, ਆਹ ਕੀਤਾ। ਕੀ ਉਹ ਡਾਇਰੈਕਟਲੀ ਇਨਵੋਲਵ ਸਨ? ਕੀ ਤੱਥ ਨੇ? ਪਾਕਿਸਤਾਨ ਕਿੱਥੋਂ ਤੱਕ ਇਨਵੋਲਵ ਸੀ? ਸ਼ਾਹ ਸਾਹਿਬ ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਾਂਗਾ ਕਿ ਕਿਸੇ ਵੀ ਮੁਲਕ ਦੇ ਜਿਹੜੇ ਅੰਦਰੂਨੀ ਹਾਲਾਤ ਹੁੰਦੇ ਨੇ ਉਹ ਮੁਲਕ ਦੇ ਆਪਣੇ ਬਣਾਏ ਹੁੰਦੇ ਨੇ, ਬਾਹਰੋਂ ਕੋਈ ਨਹੀਂ ਬਣਾ ਸਕਦਾ। ਹੂੰ ਇੰਗਲੈਂਡ ਦੇ ਹਾਲਾਤ ਨੇ ਜੋ ਉੱਥੇ ਹੈ, ਉਹ ਇੰਗਲੈਂਡ ਵਾਲਿਆਂ ਨੇ ਬਣਾਉਣੇ ਨੇਗੇ, ਬਾਹਰੋਂ ਆ ਕੇ ਕਿਸੇ ਨੇ ਨਹੀਂ ਬਣਾਉਣੇ। ਸੋ ਜੋ ਠੀਕ ਹੈ। ਪੰਜਾਬ 'ਚ ਜੋ ਹਾਲਾਤ ਡਿਵੈਲਪ ਹੋਏ ਹੈ ਜੀ, ਉਹ ਸਾਡੇ ਆਪਣੇ ਬਣਾਏ ਹੋਏ ਸੀਗੇ। ਹੂੰ ਪੰਜਾਬੀਆਂ ਦੇ ਕਹਿ ਲਓ, ਹਿੰਦੁਸਤਾਨ ਦੀ ਸਰਕਾਰ ਦੇ ਕਹਿ ਲਓ, ਕਿਸੇ ਨੇ ਫੌਜ ਦੇ ਕਹਿ ਲਓ, ਪੁਲਿਸ ਦੇ ਕਹਿ ਲਓ, ਏਜੰਸੀਆਂ ਦੇ ਕਹਿ ਲਓ, ਜਿਹਨੂੰ ਮਰਜ਼ੀ ਕਹਿ ਲਓ। ਲੇਕਿਨ ਨਾਲ ਇਹ ਵੀ ਸੱਚਾਈ ਹੈ ਕਿ ਜਿਹੜੇ ਤੁਹਾਡੇ ਮੁਲਕਾਂ ਦੇ ਨਾਲ ਚੰਗੇ ਰਿਲੇਸ਼ਨ ਨਾ ਹੋਣ ਹੈ ਜੀ, ਤਾਂ ਉਹ ਜਦ ਤੁਹਾਡੇ ਹਾਲਾਤ ਵਿਗੜਦੇ ਨੇਗੇ ਤਾਂ ਉਹਨਾਂ ਨੂੰ ਐਕਸਪਲੋਇਟ ਜ਼ਰੂਰ ਕਰਦੇ ਨੇ। ਹੂੰ ਠੀਕ ਹੈ। ਆਪਣਾ ਬੰਗਲਾਦੇਸ਼ ਵਿੱਚ ਦੇਖੋ, ਹਾਲਾਤ ਵਿਗੜੇ ਤੇ ਮੁਕਤੀ ਬੈਣੀ ਬਣੀ, ਆਪਾਂ ਉਹਦੀ ਮਦਦ ਕੀਤੀ। ਸੇਮ ਵੇ ਬਲੂ ਸਟਾਰ ਤੋਂ ਪਹਿਲਾਂ ਵੀ ਤੇ ਬਲੂ ਸਟਾਰ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਕਈ ਮੁੰਡੇ ਉਹ ਕ੍ਰਾਸ ਓਵਰ ਕਰ ਗਏ ਸੀ ਪਾਕਿਸਤਾਨ ਦੇ ਵਿੱਚ। ਹੂੰ ਔਰ ਉਸ ਸਮੇਂ ਕੋਈ ਬਾਹਰ ਕੋਈ ਮਤਲਬ ਬਾਰਡਰ ਦੇ ਉੱਤੇ ਕੋਈ ਪਾਬੰਦੀ ਨਹੀਂ ਸੀਗੀ। ਲੋਕ 1.5 2 ਕਿਲੋਮੀਟਰ ਦੇ ਉੱਤੇ ਸੀਗੀਆਂ BSF ਦੀਆਂ, ਤੇ ਲੋਕ ਆਮ ਰਾਤ ਨੂੰ ਖਿਸਕ ਜਾਂਦੇ ਸੀ ਸੱਜੇ ਖੱਬੇ। ਤੋਂ ਹੂੰ ਉਹ ਮੁੰਡੇ ਹਜ਼ਾਰਾਂ ਦੇ ਵਿੱਚ ਗਏ। ਉਹਨਾਂ ਚੋਂ ਜੋ ਬਾਅਦ ਚ ਫੀਡਬੈਕ ਮਿਲੀ ਹੈਗੀ ਉਹ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਟ੍ਰੇਨਿੰਗ ਕੈਂਪ ਲੱਗੇ ਗਏ, ਜੇਲ੍ਹਾਂ ਦੇ ਵਿੱਚ ਵੀ, ਬਾਹਰ ਵੀ। ਔਰ ਉਹ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਵੈਪਨ ਸਿਖਲਾਈ, ਉਹ ਸਾਰਾ ਕੁਝ ਉਹਨਾਂ ਨੇ ਕੀਤਾ। ਲੇਕਿਨ ਪਾਕਿਸਤਾਨ ਦਾ ਜੋ ਮੰਤਵ ਸੀਗਾ, ਜੋ ਉਹਨਾਂ ਦਾ ਆਬਜੈਕਟਿਵ ਸੀਗਾ, ਉਹ ਕੋਈ ਖਾਲਿਸਤਾਨ ਦੀ ਮਦਦ ਕਰਨਾ ਨਹੀਂ ਸੀ। ਉਹਨਾਂ ਦਾ ਆਬਜੈਕਟਿਵ ਤੇ ਸਿਰਫ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਗੜਬੜ ਕਰਾਉਣਾ ਸੀਗਾ ਜੀ। ਔਰ ਇਹੀ ਰੀਜ਼ਨ ਹੈ ਕਿ ਜਦ ਇਹ ਸਾਰੀ ਹਾਲਾਤ ਠੀਕ ਹੋਏ ਤੇ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਬੈਠੇ ਸਨ ਜਾਂ ਪਾਕਿਸਤਾਨ ਵੱਲੋਂ ਫੰਡਡ ਸੀਗੇ, ਬਾਹਰਲੇ ਮੁਲਕਾਂ 'ਚ ਬੈਠੇ ਸੀਗੇ, ਜਿੱਦਾਂ ਸਰਦਾਰ ਜਗਜੀਤ ਸਿੰਘ ਚੌਹਾਨ ਸੀ ਇੰਗਲੈਂਡ ਦੇ ਵਿੱਚ, ਡਾਕਟਰ ਆਪਣੇ ਸੋਹਣ ਸਿੰਘ ਜੀ ਸੀਗੇ ਜਿਹੜੇ ਕਿ ਆਪਣੀ ਪੰਥਕ ਕਮੇਟੀ ਦੇ ਪ੍ਰਧਾਨ ਸੀਗੇ, ਉਹ ਪਾਕਿਸਤਾਨ ਸੀਗੇ। ਉਹ ਸਾਰੇ ਵਾਪਸ ਹਿੰਦੁਸਤਾਨ ਆ ਗਏ ਔਰ ਆ ਕੇ ਉਹਨਾਂ ਨੇ ਆਪਣੀ ਇੰਟਰੋਗੇਸ਼ਨ 'ਚ ਕੈਮਰੇ ਦੇ ਸਾਹਮਣੇ ਇੰਟਰੋਗੇਸ਼ਨ ਹੋਈ। ਉਹਦੇ 'ਚ ਉਹਨਾਂ ਨੇ ਕਿਹਾ ਵੀ ਸਾਡਾ ਪਾਕਿਸਤਾਨ ਨੇ ਬੇਵਕੂਫ ਬਣਾਇਆ ਹੈਗਾ। ਉਹ ਸਾਨੂੰ ਇੰਪ੍ਰੈਸ਼ਨ ਇਹ ਦਿੰਦੇ ਵੀ ਅਸੀਂ ਤੁਹਾਡਾ ਖਾਲਿਸਤਾਨ ਦੇ ਲਈ ਮਦਦ ਕਰ ਰਹੇ ਹਾਂ, ਪਰ ਖਾਲਿਸਤਾਨ ਲਈ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ। ਸਿਰਫ ਸਮੌਲ ਵੈਪਨਸ ਜਿਹੜੇ ਨੇਗੇ, ਮੈਕਸਿਮਮ ਵੱਡਾ ਤੋਂ ਵੱਡਾ ਵੈਪਨ ਪਾਕਿਸਤਾਨ ਨੇ ਜਿਹੜਾ ਦਿੱਤਾ ਨਾ ਜੀ, ਉਹ AK-47 ਸੀ। ਹੁਣ ਤੁਸੀਂ ਦੇਖੋ, AK-47 ਨਾਲ ਇਨੋਸੈਂਟ ਬੰਦਿਆਂ ਨੂੰ ਲੁਧਿਆਣੇ, ਜਲੰਧਰ ਜਾਂ ਅੰਮ੍ਰਿਤਸਰ ਮਾਰਨ ਦਾ ਨਾਲ ਖਾਲਿਸਤਾਨ ਨਹੀਂ ਬਣ ਸਕਦਾ। ਖਾਲਿਸਤਾਨ ਬਣਾਉਣ ਦੇ ਲਈ ਫੌਜ ਨਾਲ ਟੱਕਰਾ ਕਰਨਾ ਪੈਂਦਾ। ਅਫਗਾਨਿਸਤਾਨ ਦੇ ਵਿੱਚ ਆਪਣੇ ਕੋਲ ਟਾਈਮ ਥੋੜਾ ਹੈ ਤੇ ਅਖੀਰ ਦੇ ਉੱਤੇ ਸਮ ਅਪ ਕਰੋ ਕਿ ਇਸ ਸਾਰੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਕੋਈ ਗਿਣਤੀ ਹੈ ਕਿ ਕਿੰਨੇ ਕੁ ਬੰਦੇ ਮਾਰੇ ਗਏ? ਤੁਸੀਂ ਆਪਣੇ ਐਨਾਲਿਸਿਸ ਜ਼ਰੂਰ ਕੀਤਾ ਹੋਊਗਾ।
ਕਿ ਬੜੀ ਕਨਫਲਿਕਟਿੰਗ ਜਿਹੜੀਆਂ ਨੇਗੀਆਂ ਫਿਗਰਸ ਦਿੱਤੀਆਂ ਜਾਂਦੀਆਂ ਰਹੀਆਂ ਨੇਗੀਆਂ। ਹੂੰ। ਜੋ ਸਰਕਾਰੀ ਫਿਗਰਸ ਨੇ ਉਹ ਬਹੁਤ ਘੱਟ ਨੇ, ਲੇਕਿਨ ਹਾਂਜੀ। ਕਈ ਜਥੇਬੰਦੀਆਂ ਬਹੁਤ ਹੀ ਜ਼ਿਆਦਾ ਫਿਗਰਸ ਨੂੰ ਦੇ ਰਹੀਆਂ ਨੇਗੀਆਂ। ਹੂੰ। ਮੈਂ ਇਹਦੀ ਕੋਸ਼ਿਸ਼ ਕੀਤੀ ਕਿ ਨਤੀਜੇ ਤੇ ਪਹੁੰਚਾਂ ਐਗਜ਼ੈਕਟ ਕਿੰਨੀ ਡੈਥਸ ਹੋਈਆਂ ਨੇਗੀਆਂ। ਤੋ ਇਹਦੇ ਚ 2 ਬੰਦਿਆਂ ਦੀਆਂ ਫਿਗਰਸ ਜਿਨ੍ਹਾਂ ਨੇ ਕਾਊਂਟਿੰਗ ਕਰਵਾਈ ਉੱਥੇ ਮੌਕੇ ਦੇ ਉੱਤੇ, ਇੱਕ ਤੇ ਸਰ ਅਪਾਰ ਸਿੰਘ ਬਾਜਵਾ ਸੀਗਾ, ਡੀਐਸਪੀ ਸਿਟੀ ਅੰਮ੍ਰਿਤਸਰ। ਹੂੰ। ਉਹਦੀ ਡਿਊਟੀ ਲੱਗੀ ਸੀ ਕਿ ਇੰਜਰਡ ਨੂੰ ਦਰਬਾਰ ਸਾਹਿਬ ਤੋਂ ਹਸਪੀਟਲ ਲੈ ਕੇ ਜਾਵੇ ਤੇ ਜੀ। ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਉਹਨਾਂ ਦੀਆਂ ਬੋਡੀਜ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਵੇ। ਠੀਕ ਉਹਨਾਂ ਹੈ। ਨੇ 717 ਬੋਡੀਜ਼ ਉਸ ਟਾਈਮ ਮੌਕੇ ਤੇ ਗਿਣੀਆਂ, ਲੇਕਿਨ ਕਈ ਬੰਦੇ 100 ਤੋਂ ਉੱਤੇ ਸਨ ਜਿਹੜੇ ਹਸਪੀਟਲ ਗਏ, ਉਹਨਾਂ ਦੀਆਂ ਉਦੋਂ ਬਾਅਦ ਚ ਵੀ ਮੌਤਾਂ ਹੋਈਆਂ। ਕੁਝ ਹੂੰ। ਦਰਬਾਰ ਸਾਹਿਬ ਦੇ ਇਰਦ ਗਿਰਦ ਵੀ, ਕਿਉਂਕਿ ਤੁਸੀਂ ਤੇ ਗਏ ਹੋ, ਘਰ ਜਿਹੜੇ ਨੇ ਬਿਲਕੁਲ ਨਾਲ ਲੱਗਦੇ ਨੇ, ਔਰ ਹੂੰ। ਜਦ ਹਾਈ ਕੈਲੀਬਰ ਵੈਪਨਸ ਟੈਂਕ ਜਾਂ ਆਰਟਿਲਰੀ ਹਾਂ। ਵਾਲੇ ਫਾਇਰ ਕਰਦੇ ਨੇ, ਉਹਨਾਂ ਦੇ ਕੋਲੇ ਇਰਦ ਗਿਰਦ ਇਲਾਕੇ ਜਿਹੜਾ ਹੈਗਾ ਉਹਦੇ ਨਾਲ ਨੁਕਸਾਨ ਹੁੰਦਾ, ਮੌਤਾਂ ਹੋਈਆਂ। ਤੋਂ ਇਹ ਠੀਕ ਹੈ। ਸਾਰੀਆਂ ਫਿਕਰ ਲੈ ਕੇ ਮੈਂ ਆਪਣੀ ਕਿਤਾਬ 'ਚ ਇਸ ਨਤੀਜੇ ਤੇ ਪਹੁੰਚਿਆ ਕਿ ਲਗਭਗ 780-83 ਦੇ ਕਰੀਬ ਇਹ ਡੈਥਸ ਹੋਈਆਂ ਨੇ। ਔਰ ਇਹਦੀ ਪੁਸ਼ਟੀ 2 ਜਗ੍ਹਾ ਤੋਂ ਹੁੰਦੀ ਹੈ। ਇੱਕ ਹੂੰ। ਐਸਜੀਪੀਸੀ ਬਾਅਦ ਚ ਆ ਕੇ ਇੱਕ ਸਕੀਮ ਚਲਾਈ ਸੀ ਕਿ ਜਿਹੜੇ ਬੰਦੇ ਅੰਦਰ ਸ਼ਹੀਦ ਹੋ ਗਏ ਨੇਗੇ ਉਹਨਾਂ ਦੇ ਵਾਰਿਸ ਆ ਕੇ ਸਾਤੋਂ ਮੁਆਵਜ਼ਾ ਲੈ ਲੈਣ, ਰਿਲੀਫ ਲੈ ਲੈਣ। ਹਾਂਜੀ, ਤਾਂ ਉਹਨਾਂ ਨੇ ਐਡਵਰਟਾਈਜ਼ ਕੀਤਾ, ਉਹਦੀ ਫਿਗਰ ਵੀ ਇਹ ਤੋਂ ਘੱਟ, ਇਨਫੈਕਟ 700 ਦੇ ਕਰੀਬ ਠੀਕ ਹੀ ਹੈ। ਹੈ ਜਿਨ੍ਹਾਂ ਨੇ ਮੁਆਵਜ਼ਾ। ਠੀਕ। ਇਸੇ ਤਰ੍ਹਾਂ ਫਿਰ ਬਾਅਦ ਚ ਗਵਰਨਮੈਂਟ ਨੇ ਵੀ ਅਨਾਉਂਸ ਕਰ ਦਿੱਤਾ ਸੀਗਾ, ਉਹਨਾਂ ਦੀ ਫਿਗਰ ਇਹ ਤੋਂ ਘੱਟ ਹੈ। ਹੂੰ। ਠੀਕ ਹੈ ਜੀ। ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਟਾਈਮ ਆਪਣੇ ਕੋਲ ਇਤਨਾ ਹੈ। ਤੇ ਇਹ ਮੈਂ ਬੇਨਤੀ ਕਰਾਂ, ਇਹ ਕਿਤਾਬ ਰਿਲੀਜ਼ ਹੋ ਚੁੱਕੀ ਹੈ, ਟਰਮੋਇਲ ਇਨ ਪੰਜਾਬ, ਤੇ ਇਹ ਆਮ ਮਿਲ ਜਾਂਦੀ ਹੈ, ਬਿਫੋਰ ਐਂਡ ਆਫਟਰ ਬਲੂ ਸਟਾਰ ਜਿਹੜੀ ਆਮ ਮਿਲਦੀ ਹੈ ਬੁੱਕ ਸ਼ਾਪਾਂ ਤੋਂ, ਅਤੇ ਐਮਾਜ਼ੋਨ ਤੋਂ ਵੀ ਤੁਸੀਂ ਲੈ ਸਕਦੇ ਹੋ। ਸੋ ਸਰਦਾਰ ਰਮੇਸ਼ ਇੰਦਰ ਸਿੰਘ ਜੀ ਦਾ, ਜਿਨ੍ਹਾਂ ਬਹੁਤ ਮਿਹਨਤ ਕਰਕੇ ਇਹ ਕਿਤਾਬ ਲਿਖੀ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਆ ਕੇ ਸਿੱਖ ਚੈਨਲ ਤੇ ਇੱਕ ਕਿਤਾਬ ਬਾਰੇ ਦੱਸਿਆ ਹੈ। ਇਹ ਉਹਨਾਂ ਦੇ ਸਾਰੇ ਜੋ ਉਹਨਾਂ ਦੱਸਿਆ ਹੈ, ਉਹਨਾਂ ਆਪਣੀ ਰਿਸਰਚ, ਆਪਣੇ ਖਿਆਲ ਨੇ। ਤੇ ਇੱਥੇ ਅੱਜ ਕਿਉਂਕਿ ਸਮਾਂ ਆਪਣੇ ਕੋਲ ਸਮਾਪਤ ਹੈ, ਇੱਥੇ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਜੀ ਦਾ, ਤੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।